ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਭੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਦੋ ਤੁਕੇ। ਜੋ ਲੋ ਭਾਉ ਅਭਾਉ ਏ ਮਾਨੈ, ਤੋ ਲੋ ਮਿਲਨ ਦੁਰਾਈ। ਆਣ ਆਪਣਾ ਕਰਤ ਵਿਚਾਰਾ, ਤੋ ਲੋ ਬੀਚ ਬਿਖਾਈ। ਮਾਧਵੇ ਐਸੀ ਦਿਹੋ ਬੁਝਾਈ, ਸੇਵੋ ਸਾਧ ਗਹੋ ਓਟ ਚਰਨਾ। ਨੈ ਬਿਸਰੈ ਮੋਹਤ ਚਸਾਈ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਗੁਰਬਾਣੀ ਇਸ ਜਗ ਮੈਂ ਚਾਨਣ। ਕਰਮ ਵਸੈ ਮਨ ਆਏ। ਗੁਰਬਾਣੀ ਦਾ ਮਹਾਨ ਚਾਨਣ ਜੋ ਸਾਡੇ ਆਤਮਿਕ ਜੀਵਨ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰਬਾਣੀ ਦਾ ਵਾਸਾ ਮਨ ਵਿੱਚ ਹੁੰਦਾ ਹੈ। ਗੁਰਬਾਣੀ ਨਾਲ ਜੁੜਨ ਦਾ, ਸਤ ਸੰਗਤ ਕਰਨ ਦਾ ਇਹ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਆ ਹੈ। ਸੋ ਆਓ ਗੁਰਬਾਣੀ ਦੇ ਮਹਾਨ ਚਾਨਣ ਪ੍ਰਕਾਸ਼ ਨਾਲ ਜੁੜ ਕੇ ਲਾਹਾ ਲੈ ਸਕੀਏ। ਇਸ ਪਾਵਨ ਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਤੇ ਦੇ ਤਹਿਤ ਸੋਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਦੀ ਬਾਣੀ, ਜਿਸ ਵਿੱਚੋਂ ਆਪ ਜੀ ਨੇ ਦੋ ਸ਼ਬਦਾਂ ਦੀ ਜੋ ਕਥਾ ਹੈ ਉਹ ਪਹਿਲਾਂ ਸਰਵਣ ਕੀਤੀ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸਮੇਂ ਜੋ ਬਖਸ਼ਿਸ਼ ਕਰ ਰਹੇ ਹਨ, 609 ਅੰਗ 'ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਹ ਮਨੁੱਖ ਸੰਸਾਰ ਦੇ ਭਾਵ ਵਿੱਚ ਲੱਗ ਕੇ, ਸੰਸਾਰ ਦੇ ਮੋਹ ਵਿੱਚ ਲੱਗ ਕੇ ਆਪਣੇ ਕੀਮਤੀ ਜੀਵਨ ਨੂੰ, ਅਮੋਲਕ ਮਨੁੱਖਾ ਜਨਮ ਨੂੰ ਵਿਅਰਥ ਗਵਾ ਲੈਂਦਾ ਹੈ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੋਡੀ ਬਦਲੇ ਜਾਏ। ਤੋ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਾਨੂੰ ਸੁਚੇਤ ਕਰਾਉਂਦੇ ਨੇ ਇਸ ਮਨੁੱਖਾ ਜੀਵਨ ਤੋਂ ਜੀਵਨੇ ਕਿਵੇਂ ਲਾਭ ਪ੍ਰਾਪਤ ਕਰਨਾ ਹੈ। ਸੋ ਆਓ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਹਨ, ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ।
ਪਾਤਸ਼ਾਹ ਫੁਰਮਾਨ ਕਰ ਰਹੇ ਹਨ। ਸੋਰਠ ਮਹੱਲਾ ਪੰਜਵਾਂ। ਦੋ ਤੁਕੇ। ਸੋਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਦਾ ਇਹ ਸ਼ਬਦ ਦੋ ਤੁਕਾਂ ਵਾਲਾ ਹੈ। ਭਾਵ ਹਰ ਇੱਕ ਪੌੜੀ ਦੇ ਵਿੱਚ ਦੋ ਤੁਕਾਂ ਹੋਣਗੀਆਂ। ਪਹਿਲਾ ਸ਼ਬਦ ਜਿਹੜਾ ਸੀ 3 ਤੁਕਾਂ ਵਾਲਾ ਸੀ, ਦੂਜਾ ਸ਼ਬਦ 4 ਤੁਕਾਂ ਵਾਲਾ ਸੀ। ਇਹ ਸ਼ਬਦ ਹੁਣ ਤੀਸਰਾ ਸ਼ਬਦ ਇੱਥੇ 2 ਤੁਕਾਂ ਵਾਲਾ ਆਇਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਫੁਰਮਾਨ ਕਰ ਰਹੇ ਨੇ, ਜੋ ਲੋ ਭਾਓ ਅਭਾਓ ਇਹ ਮਾਨੈ, ਤੋ ਲੋ ਮਿਲਨ ਦੁਰਾਈ। ਰੱਬ ਨਾਲ ਮਨੁੱਖ ਦੀ ਦੂਰੀ ਕਿਉਂ ਹੈ? ਪਰਮਾਤਮਾ ਨਾਲੋਂ ਮਨੁੱਖ ਦੂਰ ਕਿਉਂ ਹੈ? ਮਹਾਰਾਜ ਕਹਿੰਦੇ, ਜੋ ਲੋ ਭਾਓ ਅਭਾਓ ਇਹ ਮਾਨੈ, ਤੋ ਲੋ ਮਿਲਨ ਦੁਰਾਈ। ਜਦੋਂ ਮਨੁੱਖ ਦੇ ਅੰਦਰ ਇਹ 2 ਤਰ੍ਹਾਂ ਦਾ ਸੁਭਾਅ ਹੈ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਕਿਸੇ ਨੂੰ ਆਪਣਾ ਬੜਾ ਹੀ ਪਿਆਰਾ ਮਿੱਤਰ ਮੰਨਦਾ ਹੈ ਤੇ ਕਿਸੇ ਨੂੰ ਆਪਣਾ ਵੈਰੀ ਮੰਨਦਾ ਹੈ। ਭਾਵ ਇਹ 2 ਤਰ੍ਹਾਂ ਦਾ ਸੁਭਾਅ ਮਨੁੱਖ ਦੇ ਅੰਦਰ ਜਦੋਂ ਤੱਕ ਹੈ, ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮਾੜਾ, ਉਦੋਂ ਤੱਕ ਰੱਬ ਨੂੰ ਮਿਲਣਾ ਬੜੀ ਔਖੀ ਗੱਲ ਹੈ। ਕਿਉਂਕਿ ਰੱਬ ਵਾਸਤੇ ਸਾਰੇ ਇੱਕੋ ਜਿਹੇ ਹਨ ਤੇ ਰੱਬ ਨੂੰ ਮਿਲਣ ਵਾਸਤੇ ਰੱਬ ਵਰਗਾ ਮਨੁੱਖ ਨੂੰ ਬਣਨਾ ਪਵੇਗਾ। ਜਦੋਂ ਤੱਕ ਇਹ ਐਸਾ ਭਾਵ ਰੱਖੀ ਬੈਠਾ ਹੈ, ਕਿਸੇ ਨੂੰ ਮਿੱਤਰ ਤੇ ਕਿਸੇ ਨੂੰ ਦੁਸ਼ਮਣ ਮੰਨੀ ਬੈਠਾ ਹੈ, ਉਦੋਂ ਤੱਕ ਰੱਬ ਤੋਂ ਇਹਦੀ ਦੂਰੀ ਬਣੀ ਰਹੇਗੀ। ਜੋ ਲੋ ਭਾਓ, ਭਾਓ ਕਹਿੰਦੇ ਨੇ ਪ੍ਰੇਮ ਨੂੰ। ਜਦੋਂ ਤੱਕ ਕਿਸੇ ਨਾਲ ਪ੍ਰੇਮ ਰੱਖਦਾ ਹੈ, ਮੋਹ ਰੱਖਦਾ ਹੈ, ਜੋ ਲੋ ਭਾਓ ਅਭਾਓ, ਅਭਾਓ ਦਾ ਅਰਥ ਇਹ ਪ੍ਰੇਮ ਨਹੀਂ ਹੈ। ਮਹਾਰਾਜ ਕਹਿੰਦੇ, ਜੋ ਲੋ ਭਾਓ ਅਭਾਓ ਇਹ ਮਾਨੈ, ਤੋ ਲੋ ਮਿਲਨ ਦੁਰਾਈ। ਉਦੋਂ ਤੱਕ ਰੱਬ ਨੂੰ ਮਿਲਣਾ ਬੜੀ ਔਖੀ ਗੱਲ ਹੈ। ਤਾਂ ਹੀ ਤੇ ਮਹਾਰਾਜ ਕਹਿੰਦੇ ਵੀ ਬਾਣੀ ਪੜ੍ਹੋ, ਨਾਮ ਜਪੋ, ਪਰ ਨਾਲ ਸਾਨੂੰ ਕੁਝ ਹੋਰ ਵੀ ਗੁਣ ਧਾਰਨ ਕਰਨੇ ਪੈਣਗੇ। ਜੇਕਰ ਉਹ ਗੁਣ ਨਹੀਂ ਧਾਰਨ ਕਰਦੇ, ਬਾਣੀ ਪੜ੍ਹ ਕੇ ਵੀ ਮਨੁੱਖ ਰੱਬ ਤੋਂ ਦੂਰ ਹੀ ਰਹਿੰਦਾ ਹੈ, ਗੁਰੂ ਤੋਂ ਦੂਰ ਹੀ ਰਹਿੰਦਾ ਹੈ। ਜਬ ਧਾਰੈ ਕੋ ਬੈਰੀ ਮੀਤ, ਜਦੋਂ ਤੱਕ ਇਹ ਅਵਸਥਾ ਬਣੀ ਹੋਈ ਹੈ, ਉਦੋਂ ਤੱਕ ਗੱਲ ਨਹੀਂ ਬਣਨੀ। ਨਾਮ ਜਪਣ ਦਾ, ਸਿਮਰਨ ਕਰਨ ਦਾ ਇਹ ਤੇਰੇ ਵਿੱਚ ਗੁਣ ਆਉਣਾ ਚਾਹੀਦਾ ਹੈ ਕਿ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਆਨ ਆਪਣਾ ਕਰਤ ਵਿਚਾਰਾ, ਤੋ ਲੋ ਬੀਚ ਵਿਖਾਈ। ਜਦੋਂ ਤੱਕ ਮਨੁੱਖ ਦੇ ਅੰਦਰ ਇਹ ਸੁਭਾਅ ਹੈ, ਆਨ ਆਪਣਾ ਕਰਤ ਵਿਚਾਰਾ, ਤੋ ਲੋ ਬੀਚ ਵਿਖਾਈ। ਜਦੋਂ ਤੱਕ ਇਹ ਕਿਸੇ ਨੂੰ ਆਪਣਾ ਮੰਨੀ ਬੈਠਾ ਹੈ ਤੇ ਕਿਸੇ ਨੂੰ ਬਗਾਨਾ ਮੰਨੀ ਬੈਠਾ ਹੈ, ਤਾਂ ਮਹਾਰਾਜ ਕਹਿੰਦੇ ਇਹਦੇ ਅੰਦਰ ਜਿਹੜੀ ਹੈ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਉਹ ਬਣੀ ਰਹਿੰਦੀ ਹੈ। ਉਦੋਂ ਤੱਕ ਇਹਦੇ ਅੰਦਰ ਉਹ ਵਿਸ਼ੇ ਹਾਵੀ ਰਹਿੰਦੇ ਹਨ। ਕਿਉਂਕਿ ਜਦੋਂ ਤੱਕ ਸੰਸਾਰ ਨਾਲ ਜੁੜਿਆ ਹੈ, ਪਰਾਏ ਔਰ ਆਪਣੇ ਦੀ ਬਿਰਤੀ ਲੈ ਕੇ, ਬੈਰੀ ਅਤੇ ਮਿੱਤਰ ਦੀ ਬਿਰਤੀ ਲੈ ਕੇ, ਤਾਂ ਮਹਾਰਾਜ ਕਹਿੰਦੇ ਇਹਦਾ ਅੰਦਰ ਵੀ ਵਿਕਾਰਾਂ ਨਾਲ, ਵਿਸ਼ਿਆਂ ਨਾਲ ਭਰਿਆ ਰਹਿੰਦਾ ਹੈ। ਮਾਧਵੇ ਐਸੀ ਦਿਓ ਬੁਝਾਈ, ਹੇ ਅਕਾਲ ਪੁਰਖ ਵਾਹਿਗੁਰੂ। ਜਗਿਆਸੂ ਕਹਿੰਦਾ ਹੈ, ਹੇ ਮਾਧਵੇ, ਮਾਇਆ ਦੇ ਪਤੀ ਨਿਰੰਕਾਰ ਵਾਹਿਗੁਰੂ, ਮੈਨੂੰ ਐਸੀ ਬੁੱਧੀ ਦੇ ਦੇਵੋ, ਐਸੀ ਸਮਝ ਦੇ ਦੇਵੋ। ਸੇਵੋ ਸਾਧ ਗਉ ਔਰ ਚਰਨਾ, ਨੈ ਵਿਸਰੈ ਮੋਤ ਚਸਾਈ। ਕਿ ਮੈਂ ਗੁਰੂ ਦੇ ਚਰਨ ਸੇਵਾਂ, ਗੁਰੂ ਦੇ ਚਰਨ ਪਕੜ ਲਵਾਂ, ਗੁਰੂ ਦੇ ਚਰਨਾਂ ਦੀ ਓਟ ਲੈ ਲਵਾਂ, ਤੇ ਮੈਨੂੰ ਕਦੇ ਵੀ ਤੇਰਾ ਨਾਮ ਇੱਕ ਚਸਾ ਮਾਤਰ ਵੀ ਵਿਸਰੇ ਨਾ।
ਐਸੀ ਮੈਨੂੰ ਸੋਝੀ ਦੇ ਦੇਵੋ, ਐਸੀ ਮੈਨੂੰ ਬਖਸ਼ਿਸ਼ ਕਰਕੇ ਮਤ ਦੇ ਦੇਵੋ ਕਿ ਮੈਨੂੰ ਕਦੇ ਵੀ ਤੁਹਾਡਾ ਨਾਮ ਵਿਸਰੇ ਨਾ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ, ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਹਿਰਦੈ ਨ ਆਈ। ਹੇ ਮੂਰਖ ਮਨ ਅਚੇਤ ਚੰਚਲ ਚਲਾਏ ਮਾਨ ਮਨ, ਕਦੇ ਤੇਰੇ ਹਿਰਦੇ ਵਿੱਚ ਐਸੀ ਗੱਲ ਨਹੀਂ ਆਈ। ਕਿਹੜੀ? ਉਹ ਮਹਾਰਾਜ ਅੱਗੇ ਦੱਸਦੇ ਨੇ ਕਿ ਪ੍ਰਾਨ ਪਤ ਤਿਆਗ ਆਨ ਤੂੰ ਰਚਿਆ, ਉਰਜਿਓ ਸੰਗ ਬੈਰਾਈ। ਤੂੰ ਕਦੇ ਸੋਚਿਆ ਹੀ ਨਹੀਂ ਕਿ ਤੂੰ ਰੱਬ ਨੂੰ ਭੁਲਾਈ ਬੈਠਾ ਹੈ। ਬੰਦੇ ਨੂੰ ਇਹ ਗੱਲ ਨਹੀਂ ਯਾਦ ਆਉਂਦੀ ਕਿ ਮੈਂ ਰੱਬ ਤੋਂ ਟੁੱਟਿਆ ਹੋਇਆ, ਰੱਬ ਤੋਂ ਵਿਛੜਿਆ ਹੋਇਆ ਹਾਂ। ਹੋਰ ਗੱਲਾਂ ਆਪਾਂ ਨੂੰ ਬੜੀਆਂ ਯਾਦ ਆ ਜਾਂਦੀਆਂ ਨੇ। ਕਦੇ ਆਪਾਂ ਘਰ ਵਿੱਚ ਵਿਹਲੇ ਬੈਠੇ ਹੋਈਏ ਜਾਂ ਕਿਤੇ ਵੀ, ਤੇ ਸਾਡਾ ਮਨ ਪੁਰਾਣੀਆਂ ਤੋਂ ਪੁਰਾਣੀਆਂ ਗੱਲਾਂ ਨੂੰ ਯਾਦ ਕਰ ਲੈਂਦਾ ਹੈ, ਪਰ ਸਾਨੂੰ ਕਦੇ ਇਹ ਯਾਦ ਨਹੀਂ ਆਉਂਦੀ ਕਿ ਮੈਂ ਰੱਬ ਤੋਂ ਵਿਛੜਿਆ ਹੋਇਆ ਹਾਂ, ਰੱਬ ਤੋਂ ਟੁੱਟਿਆ ਹੋਇਆ। ਮਹਾਰਾਜ ਕਹਿੰਦੇ, ਹੇ ਮਨ ਮੂਰਖ ਚੰਚਲ ਮਨ ਅਚੇਤ ਮਨ, ਕਦੇ ਤੇਰੇ ਹਿਰਦੇ ਵਿੱਚ ਇਹ ਗੱਲ ਨਹੀਂ ਆਈ। ਪ੍ਰਾਨ ਪਤ ਤਿਆਗ, ਪ੍ਰਾਣਾ ਦੇ ਪਤੀ ਮਾਲਕ ਵਾਹਿਗੁਰੂ ਨੂੰ ਤਿਆਗ ਕੇ ਆਨ ਤੂੰ ਰਚਿਆ, ਹੋਰ ਪਾਸੇ ਰਚਿਆ ਹੋਇਆ ਹੈ। ਉਰਜਿਓ ਸੰਗ ਬਹਿਰਾਈ, ਵੈਰੀਆਂ ਵਿੱਚ ਉਲਝਿਆ ਪਿਆ, ਵੈਰੀਆਂ ਨਾਲ ਪ੍ਰੀਤ ਰੱਖ ਰਿਹਾ। ਵੈਰੀ ਕਿਹੜੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਭਾਵ ਵਿਸ਼ਿਆਂ ਵਿਕਾਰਾਂ ਵਿੱਚ ਤੂੰ ਬੜਾ ਪਰਚਿਆ ਹੋਇਆ ਹੈ। ਸੋਗ ਨਾ ਵਿਆਪੈ ਆਪ ਨਾ ਤਾਪੈ, ਸਾਧ ਸੰਗਤ ਬੁੱਧ ਪਾਈ। ਮਹਾਰਾਜ ਕਹਿੰਦੇ, ਜਿਹੜੇ ਗੁਰਮੁਖ ਗੁਰੂ ਦੀ ਸੰਗਤ ਕਰਦੇ ਨੇ, ਗੁਰੂ ਦਾ ਓਟ ਆਸਰਾ ਲੈ ਲੈਂਦੇ ਨੇ, ਉਹ ਆਪਣਾ ਭਾਵ ਮਿਟਾ ਦਿੰਦੇ ਨੇ, ਹੰਕਾਰ ਨਹੀਂ ਕਰਦੇ, ਤੇ ਉਹਨਾਂ ਨੂੰ ਕਦੇ ਸੋਗ ਵੀ ਨਹੀਂ ਵਿਆਪਦਾ। ਉਹਨਾਂ ਦੇ ਮਨ ਵਿੱਚ ਸਦਾ ਚੜ੍ਹਦੀ ਕਲਾ ਹੋ ਜਾਂਦੀ ਹੈ। ਸੋਗ ਨਾ ਵਿਆਪੈ ਆਪ ਨਾ ਥਾਪੈ, ਆਪਣਾ ਆਪਣੀ ਥਾਪ ਦਾ ਵੀ ਮੈਂ ਇਹ ਕਹਿਤਾ, ਮੈਂ ਉਹ ਕੀਤਾ ਨਹੀਂ। ਤੇ ਮਨੁੱਖ ਥੋੜ੍ਹੀ ਜਿਹੀ ਸੇਵਾ ਕਰ ਲਵੇ, ਉਹ ਦਿਖਾਉਂਦਾ ਹੈ। ਬਲਕਿ ਅਸੀਂ ਸੇਵਾ ਵੀ ਉਦੋਂ ਹੀ ਕਰਦੇ ਹਾਂ ਜਦੋਂ ਦਿਖਾਣਾ ਹੋਵੇ ਕਿਸੇ ਨੂੰ ਵੀ ਮੈਂ ਸੇਵਾ ਕਰ ਰਿਹਾ ਹਾਂ। ਤੋ ਮਹਾਰਾਜ ਕਹਿੰਦੇ, ਭਾਈ ਜੇ ਤੂੰ ਆਪਣੇ ਅੰਦਰੋਂ ਇਸ ਬਿਰਤੀ ਨੂੰ ਖਤਮ ਕਰ ਦੇਵੇਂ, ਤੇਰੇ ਅੰਦਰੋਂ ਸੋਗ ਮਿਟ ਜਾਵੇ। ਨਹੀਂ ਤਾਂ ਤੁਸੀਂ ਵੇਖੋ, ਸੇਵਾ ਕਰਕੇ ਸਿਮਰਨ ਕਰਕੇ ਬਾਣੀ ਪੜ੍ਹ ਕੇ ਵੀ ਉਹ ਬਿਰਤੀ ਸਾਡੀ ਅੰਦਰ ਬਣੀ ਰਹੀ, ਸਾਨੂੰ ਆਨੰਦ ਨਹੀਂ ਪ੍ਰਾਪਤ ਹੋਇਆ, ਕੋਈ ਅਵਸਥਾ ਨਹੀਂ ਬਣੀ। ਸਾਰੀ ਉਮਰ ਬੰਦਾ ਸੇਵਾ ਦਿਖਾ ਦਿਖਾ ਲੋਕਾਂ ਨੂੰ ਕਰਦਾ ਰਿਹਾ। ਮਸ਼ਕੀਨ ਸਾਹਿਬ ਦੀ ਇੱਕ ਗੱਲ ਯਾਦ ਆਉਂਦੀ ਹੈ। ਉਹਨਾਂ ਨੇ ਕਥਾ ਵਿੱਚ ਇੱਕ ਵਾਰੀ ਆਖਿਆ ਸੀ ਵੀ ਇੱਕ ਵਾਰੀ ਬੰਗਲਾ ਸਾਹਿਬ ਨਾ ਕੋਈ ਮਨੁੱਖ ਬੰਦਾ ਬੜੀ ਗੋਹ ਦੇ ਨਾਲ ਫਰਸ਼ ਦੇ ਉੱਪਰ ਵੇਖ ਰਿਹਾ ਸੀ, ਨਾਂ ਲਿਖੇ ਹੋਏ ਸੀ, ਪੜ੍ਹ ਰਿਹਾ ਸੀ। ਤੇ ਉਹਨਾਂ ਨੇ ਸੋਚਿਆ ਸ਼ਾਇਦ ਇਹਨਾਂ ਦੀ ਕੋਈ ਚੀਜ਼ ਗਵਾਚ ਗਈ ਹੈ, ਤੇ ਉਹ ਲੱਭ ਰਹੇ ਨੇ। ਕੋਲ ਆ ਗਏ ਤੇ ਪੁੱਛਿਆ, ਬਜ਼ੁਰਗਾ ਵੀ ਤੇਰਾ ਕੀ ਗਵਾਚ ਗਿਆ ਜੋ ਇੰਨੀ ਬਰੀਕੀ ਨਾਲ ਲੱਭ ਰਿਹਾ ਹੈ? ਤਾਂ ਉਹਨਾਂ ਨੇ ਕਿਹਾ, ਗਵਾਚਿਆ ਕੁਝ ਨਹੀਂ, ਮੈਂ ਪਿਛਲੀ ਵਾਰ ਇੱਥੇ ਪੈਸਾ ਦੇ ਗਿਆ ਸੀ, ਕਹਿੰਦੇ ਤੇਰੇ ਨਾਮ ਦੀ ਇੱਥੇ ਸਲੇਟ ਲਾ ਦੇਵਾਂਗੇ। ਮੈਂ ਤੇ ਉਹ ਵੇਖ ਰਿਹਾ ਵੀ ਮੇਰੇ ਨਾਮ ਦੀ ਇੱਥੇ ਸਲੇਟ ਲੱਗੀ ਕਿ ਨਹੀਂ ਲੱਗੀ, ਮੇਰੇ ਨਾਮ ਦਾ ਇੱਥੇ ਕੋਈ ਲਿਖਿਆ ਗਿਆ ਅੱਖਰ ਕਿ ਨਹੀਂ ਲਿਖਿਆ ਗਿਆ। ਸੇਵਾ ਕਰਕੇ ਵੀ ਮਨੁੱਖ ਇਹ ਦਿਖਾਉਂਦਾ ਹੈ ਕਿ ਮੇਰਾ ਨਾਮ ਬਣੇ। ਇਹ ਬਿਰਤੀ ਹੋਣ ਕਰਕੇ ਸੇਵਾ ਦਾ ਸਾਨੂੰ ਯਥਾਰਥ ਲਾਭ ਨਹੀਂ ਮਿਲਦਾ। ਨਹੀਂ ਤੇ ਮਹਾਰਾਜ ਕਹਿੰਦੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹੋਮੈ ਵਿੱਚੋਂ ਜਾਏ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਆਪਣੇ ਅੰਦਰੋਂ ਆਪਾ ਭਾਵ ਮਿਟ ਗਿਆ। ਸੇਵਾ ਸਿਮਰਨ ਕਰਦਿਆਂ ਕਦੇ ਜਨਾਣਾ ਨਹੀਂ ਹੈ। ਸਾਧ ਸੰਗਤ ਬੁੱਧ ਪਾਈ। ਇਹ ਬੁੱਧੀ ਕਿੱਥੋਂ ਮਿਲਦੀ ਹੈ? ਗੁਰੂ ਦੀ ਸੰਗਤ ਵਿੱਚੋਂ। ਗੁਰੂ ਦੀ ਸੰਗਤ ਕਰਕੇ ਕਦੇ ਜਨਾਣਾ ਨਹੀਂ ਹੈ। ਜਿਵੇਂ ਵੇਖੋ, ਆਪਾਂ ਗੁਰਬਾਣੀ ਵਿੱਚੋਂ ਵੀ ਇਹ ਸੇਧ ਲੈਂਦੇ ਹਾਂ, ਗੁਰ ਇਤਿਹਾਸ ਵਿੱਚੋਂ ਵੀ ਇਹ ਸੇਧ ਮਿਲਦੀ ਹੈ
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਿਰਧ ਅਵਸਥਾ ਵਿੱਚ ਸੇਵਾ ਕਰਨ ਲੱਗੇ। ਹਾਲਾਂਕਿ ਰਿਸ਼ਤੇ ਵਿੱਚ ਕੁੜਮਾਚਾਰੀ ਹੈ ਤੇ ਕਦੇ ਕੁੜਮ ਹੋਣ ਦਾ ਦਾਅਵਾ ਨਹੀਂ ਕੀਤਾ, ਆਪਾ ਭਾਅ ਮਿਟਾ ਦਿੱਤਾ। ਫਿਰ ਸੇਵਾ ਤੇ ਵੀ ਕਦੇ ਹੱਕ ਨਹੀਂ ਜਤਾਇਆ, ਕਦੇ ਦਾਅਵਾ ਨਹੀਂ ਕੀਤਾ ਕਿ ਅਸੀਂ ਇੰਨਾ ਸਮਾਂ ਸੇਵਾ ਕੀਤੀ ਹੈ। ਬੜੇ ਹੀ ਨਿਮਰ ਭਾਵ ਨਾਲ ਸੇਵਾ ਕਰਦੇ ਗਏ ਤੇ ਉਹ ਸੇਵਾ ਵੇਖੋ ਕਿੱਥੇ ਲੈ ਗਈ, ਉਹਨਾਂ ਨੂੰ ਉਸ ਤਖਤ ਦਾ ਮਾਲਕ ਬਣਾ ਦਿੱਤਾ। ਕਿੰਨਾ ਵੱਡਾ ਸੇਵਾ ਦਾ ਮਹਾਤਮ ਹੈ। ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੁਆਮੀ ਹੀ ਮਿਲ ਜਾਂਦਾ ਹੈ ਸੇਵਾ ਵਿੱਚੋਂ। ਪਰ ਜੇ ਮੈਂ ਆਪਣੀ ਸੇਵਾ ਦਿਖਾਵਾਂਗਾ ਲੋਕਾਂ ਨੂੰ ਤੇ ਉਹ ਜ਼ੀਰੋ ਹੀ ਰਹਿ ਜਾਵੇਗੀ, ਉਹ ਕਿਸੇ ਕੰਮ ਨਹੀਂ ਰਹਿ ਜਾਵੇਗੀ। ਇਸ ਕਰਕੇ ਸੇਵਾ ਦਾ ਬੜਾ ਵੱਡਾ ਮਹਾਤਮ ਹੈ। ਬਾਣੀ ਵਿੱਚ ਮਹਾਰਾਜ ਨੇ ਮੋਹਰ ਲਾ ਦਿੱਤੀ, ਧਨ ਸੇਵਾ ਸੇਵਕ ਪ੍ਰਵਾਨ। ਸੇਵਾ ਐਸੀ ਵਸਤੂ ਗੁਰਮੁਖੋ ਸਾਨੂੰ ਗੁਰੂ ਦੇ ਦਰ 'ਤੇ ਪ੍ਰਵਾਨ ਕਰਾ ਦਿੰਦੀ ਹੈ। ਵੇਖੋ ਨਾ ਕੀਰਤਨ ਬਾਰੇ ਆਖਿਆ, ਨਾ ਕਥਾ, ਨਾ ਹੋਰ ਕੋਈ ਕਿੰਨਾ ਵਿਦਵਾਨ ਹੋ ਜਾਵੇ, ਕਿੰਨਾ ਰਾਗੀ ਹੋ ਜਾਵੇ, ਕਿੰਨਾ ਵੱਡਾ ਪਾਠੀ ਹੋ ਜਾਵੇ, ਮਹਾਰਾਜ ਕਹਿੰਦੇ ਕੋਈ ਸੇਵਾ ਕਰ ਲਏ ਤੇ ਉਹ ਸੇਵਾ ਉਹਨੂੰ ਪ੍ਰਵਾਨ ਕਰਾ ਦਿੰਦੀ। ਸਭ ਤੋਂ ਵੱਡੀ ਗੱਲ ਹੈ ਪ੍ਰਵਾਨ ਹੋਣਾ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮੈਲ ਪਾਏ ਸੀ। ਤੋ ਪਾਤਸ਼ਾਹ ਫਰਮਾਨ ਕਰਦੇ ਨੇ ਇਹ ਬੁੱਧੀ ਮਿਲਦੀ ਹੈ ਸਤਿਗੁਰੂ ਦੀ ਸੰਗਤ ਵਿੱਚੋਂ। ਸਾਖਤ ਕਾ ਬਕਨਾਇਓ ਜਾਨੋ ਜੈਸੇ ਪਵਨ ਚੁਲਾਈ। ਪਰ ਸਾਖਤ ਪੁਰਸ਼ ਗੱਲਾਂ ਬੜੀਆਂ ਕਰਦਾ ਹੈ। ਉਹਦਾ ਬਕਣਾ ਦਾ ਅਰਥ ਹੈ ਬੋਲਣਾ। ਇਸ ਤਰ੍ਹਾਂ ਹੈ ਜਿਵੇਂ ਹਵਾ ਦਾ ਝੋਕਾ ਆਇਆ ਤੇ ਲੰਘ ਗਿਆ, ਭਾਵ ਉਹ ਉੱਥੇ ਟਿਕਦਾ ਨਹੀਂ, ਸਦਾ ਉਹਦਾ ਕੋਈ ਅਰਥ ਨਹੀਂ ਰਹਿੰਦਾ। ਇਸੇ ਤਰ੍ਹਾਂ ਸਾਖਤ ਮਨੁੱਖ ਗੱਲਾਂ ਬੜੀਆਂ ਕਰੇਗਾ, ਪਰ ਮਹਾਰਾਜ ਕਹਿੰਦੇ ਉਹਦਾ ਬੋਲਿਆ ਹੋਇਆ ਕੋਈ ਮੈਨੇ ਨਹੀਂ ਰੱਖਦਾ। ਕੋਟ ਅਪਰਾਧ ਛਾਦਿਓ ਇਹ ਮਨ ਕਹਿਣਾ ਕਛੂ ਨਾ ਜਾਈ। ਹੇ ਵਾਹਿਗੁਰੂ, ਗੁਰਮੁਖਾਂ ਨੂੰ ਇਹ ਸੋਝੀ ਆ ਗਈ ਕਿ ਸਾਡੇ ਮਨ ਵਿੱਚ ਕਰੋੜਾਂ ਹੀ ਪਾਪ ਛੁਪੇ ਹੋਏ ਨੇ। ਆਪਾਂ ਜਿਹਦੇ ਆਪਣੇ ਮਨ ਦਾ ਨਿਰੀਖਣ ਕਰੀਏ ਨਾ, ਮਨ ਛਿਨ ਛਿਨ ਵਿੱਚ ਕਦੇ ਕੁਝ ਸੋਚਦਾ, ਕਦੇ ਕੁਝ। ਇਹਦੇ ਵਿੱਚ ਬਦੀਆਂ ਬੜੀਆਂ ਆਉਂਦੀਆਂ ਨੇ, ਮਾੜਾਪਨ ਇਹਦੇ ਵਿੱਚ ਬੜਾ ਆਉਂਦਾ ਹੈ। ਕੋਟ ਅਪਰਾਧ ਅਛਾਦਿਓ ਇਹ ਮਨ ਕਰੋੜਾਂ ਅਪਰਾਧਾਂ ਨਾਲ ਛਾਦਿਆ, ਢਕਿਆ ਹੋਇਆ, ਦਬਿਆ ਹੋਇਆ ਹੈ। ਕਹਿਣਾ ਕਛੂ ਨਾ ਜਾਈ, ਦੱਸਿਆ ਹੀ ਨਹੀਂ ਜਾ ਸਕਦਾ ਵੀ ਕਿੰਨੇ ਕੁ। ਤਾਂ ਹੀ ਤੇ ਬਾਣੀ ਵਿੱਚ ਲਿਖ ਦਿੱਤਾ ਜਦੋਂ ਮਨ ਨੂੰ ਖੋਜਾਂਗੇ ਨਾ ਸਭ ਤੋਂ ਪਹਿਲਾਂ, ਤਾਂ ਮਨ ਦੀ ਖੋਜ ਕੀ ਹੈ? ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਸਮੁੰਦਰ ਦਾ ਪਾਣੀ ਤੋਲਿਆ ਮਿਣਿਆ ਨਹੀਂ ਗਿਆ ਅਜੇ ਤੱਕ ਵੀ ਕਿੰਨਾ ਪਾਣੀ ਹੈ ਸਮੁੰਦਰ ਦੇ ਵਿੱਚ। ਸਾਡੇ ਮਨ ਵਿੱਚ ਪਾਪ ਕਿੰਨਾ ਹੈ, ਔਗਣ ਕਿੰਨੇ ਨੇ, ਇਹ ਵੀ ਦੱਸੇ ਨਹੀਂ ਜਾ ਸਕਦੇ। ਇੰਨੇ ਪਾਪ, ਇੰਨਾ ਮਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦਾ ਦੱਸਿਆ ਹੀ ਨਹੀਂ ਜਾ ਸਕਦਾ ਵੀ ਕਿੰਨੇ ਕੁ ਪਾਪ ਇਹਦੇ ਵਿੱਚ ਛੁਪੇ ਹੋਏ ਨੇ। ਜਨ ਨਾਨਕ ਦੀਨ ਸ਼ਰਨ ਆਇਓ ਪ੍ਰਭ, ਸਭ ਲੇਖਾ ਰਖੋ ਟਾਈ। ਮਹਾਰਾਜ ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ, ਕਿਰਪਾ ਕਰ ਸਾਡੇ ਪਾਪਾਂ ਵੱਲ, ਗੁਨਾਹਾਂ ਵੱਲ ਨਾ ਵੇਖੀ, ਸਾਡੇ ਮਨ ਦੀ ਅਵਸਥਾ ਨਾ ਵੇਖੀ। ਅਸੀਂ ਤੇ ਬੜਾ ਮਨ ਸਾਡਾ ਪਾਪਾਂ ਵਿੱਚ ਵਿਲੀਨ ਹੋਇਆ ਪਿਆ ਹੈ। ਕਿਰਪਾ ਕਰੋ ਸਾਡੇ ਮਨ ਦਾ ਸਾਰਾ ਪਾਪਾਂ ਦਾ ਲੇਖਾ ਖਤਮ ਕਰ ਦੇਵੋ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਭ ਨਾਮ ਹਰ ਸੋਭਾ ਚਿੰਤਾ ਲਾਏ। ਹਮਾਰੀ ਅਵਰ ਨਾ ਸੂਝੈ ਦੂਜੀ, ਠਾਰ ਹਾਰ ਪਰਿਓ ਤੋ ਦੁਆਰੀ। ਲੇਖਾ ਛੋੜ ਲੇਖੈ ਛੂਟੈ, ਨਿਰਗੁਣ ਲਿਓ ਉਭਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਅੰਤ ਪਾਛੈ, ਪਰਿਓ ਰਾਖ ਲਿਓ ਇਹ ਵਾਰੀ। ਮਹਾਰਾਜ ਬਖਸ਼ ਲੋ, ਗੁਰਮੁਖ ਸਦਾ ਇਹੀ ਅਰਦਾਸ ਬੇਨਤੀ ਕਰਦੇ ਹਨ। ਸੋਠ ਮਹੱਲਾ ਪੰਜਵਾਂ। ਅਗਲਾ ਸ਼ਬਦ ਮਹਾਰਾਜ ਜੀ ਉਹ ਵੀ ਦੋ ਤੁਕਾਂ ਵਾਲਾ ਹੈ। ਫਰਮਾਨ ਕਰ ਰਹੇ ਨੇ, ਪੁੱਤਰ ਕਲਤਰ ਲੋਕ ਗ੍ਰਹਿ ਬਣਤਾ, ਮਾਇਆ ਸੰਬੰਦੇ ਹੀ। ਜਿਨ੍ਹਾਂ ਪਿੱਛੇ ਲੱਗ ਕੇ ਮਨੁੱਖ ਰੱਬ ਨੂੰ ਭੁੱਲੀ ਬੈਠਾ ਹੈ। ਪੁੱਤਰ ਕਲਤਰ ਇਸਤਰੀ, ਲੋਕ ਗ੍ਰਹਿ ਬਣਤਾ, ਮਾਇਆ ਸੰਬੰਦੇ ਹੀ। ਮਹਾਰਾਜ ਕਹਿੰਦੇ ਪੁੱਤਰ, ਇਸਤਰੀ, ਲੋਕ, ਪਰਿਵਾਰ, ਮਾਇਆ ਦੇ ਜਿੰਨੇ ਵੀ ਸੰਬੰਧੀ ਹਨ,
ਮਾਇਆ ਸੰਬੰਧੀ ਕਿਹਾ ਸਾਰੇ ਰਿਸ਼ਤਿਆਂ ਨੂੰ, ਕਿਉਂਕਿ ਤਕਰੀਬਨ ਕੋਈ ਰਿਸ਼ਤਾ ਸ਼ੁੱਧ ਹੁੰਦਾ ਹੈ, ਬਾਕੀ ਸਾਰੇ ਮਾਇਆ ਦੇ ਅਧੀਨ ਹਨ। ਮਾਂ ਪੁੱਤਰ ਦਾ ਰਿਸ਼ਤਾ, ਪਿਓ ਬੱਚਿਆਂ ਦਾ ਰਿਸ਼ਤਾ, ਇਸਤਰੀ ਪਤਨੀ ਦਾ ਰਿਸ਼ਤਾ ਕੋਈ ਕਰੋੜਾਂ ਵਿੱਚੋਂ ਇੱਕ ਸ਼ੁੱਧ ਹੁੰਦਾ ਹੈ। ਸ਼ੁੱਧ ਹੋਣ ਤੋਂ ਭਾਵ ਹੈ ਕਿ ਉਹਨਾਂ ਦੀ ਮਾਇਆ ਕਰਕੇ ਉਹ ਰਿਸ਼ਤੇਦਾਰੀ ਨਹੀਂ ਹੁੰਦੀ, ਉਹ ਕੇਵਲ ਆਪਣੇ ਉਸ ਰਿਸ਼ਤੇ ਨੂੰ ਮਹਾਨਤਾ ਦਿੰਦੇ ਨੇ ਜੋ ਰੱਬ ਵੱਲੋਂ ਜੋੜਿਆ ਗਿਆ ਹੈ। ਜਿਵੇਂ ਸੰਸਾਰ ਵਿੱਚ ਪੁੱਤਰ ਬੜੇ ਹੋਏ ਨੇ, ਪਰ ਭਾਈ ਗੁਰਦਾਸ ਜੀ ਲਿਖਦੇ ਨੇ, ਹੋਵੇ ਸਰਵਣ ਵਿਰਲਾ ਕੋਈ। ਕਹਿੰਦੇ ਸਰਵਣ ਐਸਾ ਪੁੱਤਰ ਹੋਇਆ ਹੈ ਜਿਹਨੇ ਮਾਂ ਪਿਓ ਦੀ ਸੇਵਾ ਇਸ ਕਰਕੇ ਨਹੀਂ ਕੀਤੀ ਵੀ ਉਹਨਾਂ ਦੀ ਪ੍ਰਾਪਰਟੀ ਲੈਣੀ ਸੀ, ਉਹਨਾਂ ਦੇ ਮਹਿਲ ਮਾੜੀਆਂ ਨੂੰ, ਉਹਨੇ ਇਸ ਕਰਕੇ ਕਿ ਮਾਂ ਪਿਓ ਹੀ ਰੱਬ ਹੈ, ਉਹਨਾਂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਪੂਜਿਆ। ਨਹੀਂ ਤੇ ਆਪਾਂ ਵੇਖਦੇ ਹਾਂ ਸੰਸਾਰ ਵਿੱਚ ਹੁਣ ਜਿਹੜੀ ਇੱਕ ਚੀਜ਼ ਚੱਲ ਰਹੀ ਹੈ ਸਭ ਤੋਂ ਜ਼ਿਆਦਾ, ਕਿ ਸ਼ਹਿਰ ਸ਼ਹਿਰ ਦੇ ਵਿੱਚ ਬਿਰਧ ਆਸ਼ਰਮ ਬਣ ਗਏ। ਵੇਖੋ ਮਨੁੱਖ ਪਸ਼ੂਆਂ ਤੋਂ ਵੀ ਨੀਵਾਂ ਚਲਾ ਗਿਆ ਹੈ ਕਿ ਆਪਣੇ ਮਾਂ ਪਿਓ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ, ਬਿਰਧ ਆਸ਼ਰਮਾਂ ਦੇ ਵਿੱਚ ਜਾ ਕੇ ਛੱਡ ਆਉਂਦਾ ਹੈ। ਕਿੰਨੀ ਮਨੁੱਖ ਦੀ ਬਿਰਤੀ ਨੀਵੀਂ ਚਲੀ ਗਈ ਹੈ, ਕਿਉਂਕਿ ਉਹਨਾਂ ਤੋਂ ਮਾਇਆ ਲੈ ਲਈ, ਪਿਆਰ ਮੋਹ ਪਾ ਕੇ ਉਹਨਾਂ ਦੀ ਪ੍ਰਾਪਰਟੀ ਹਥਿਆ ਲਈ, ਮੁੜ ਕੇ ਉਹਨਾਂ ਨੂੰ ਨੰਗ ਕਰਕੇ ਖਾਲੀ ਕਰਕੇ ਕੱਢ ਦਿੱਤਾ ਘਰੋਂ ਬਾਹਰ ਵੀ ਚਲਾ ਜਾ, ਹੁਣ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ। ਤਾਂ ਇਹਨਾਂ ਨੂੰ ਮਾਇਆ ਦਾ ਸੰਬੰਧੀ ਕਿਹਾ ਹੈ। ਆਪਾਂ ਵੇਖਦੇ ਹਾਂ ਕਿਤੇ ਮਨੁੱਖ 'ਤੇ ਮਾੜਾ ਸਮਾਂ ਆ ਜਾਵੇ, ਕੋਈ ਵਿਰਲੀ ਇਸਤਰੀ ਹੈ ਜਿਹੜਾ ਪਤੀ ਦਾ ਸਾਥ ਦੇਵੇ, ਨਹੀਂ ਤਾਂ ਉਹਨੂੰ ਛੱਡ ਕੇ ਚਲੀ ਜਾਂਦੀ ਹੈ, ਨਹੀਂ ਤਾਂ ਉਹਦੇ ਨਾਲ ਫਿਰ ਝਗੜਾ ਹੀ ਰੱਖਦੀ ਹੈ ਵੀ ਤੇਰੇ ਘਰ ਵਿੱਚ ਹੁਣ ਹੈ ਕੀ। ਇਸੇ ਤਰ੍ਹਾਂ ਬੱਚੇ, ਰਿਸ਼ਤੇਦਾਰ, ਭੈਣ ਭਾਈ ਬਹੁਤੇ, ਮਹਾਰਾਜ ਕਹਿੰਦੇ ਸਾਰੇ ਮਾਇਆ ਦੇ ਸੰਬੰਧੀ ਨੇ ਤੇਰੇ। ਅੰਤ ਕੀ ਵਾਰ ਕੋ ਖਰਾ ਨਾ ਹੋਸੀ, ਸਭ ਮਿਥਿਆ ਸਨੇਹੀ। ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਅੰਤ ਸਮੇਂ ਖਰਾ ਨਹੀਂ ਇਹਨਾਂ ਵਿੱਚੋਂ ਨਿਕਲੇਗਾ, ਸਾਰੇ ਛੱਡ ਕੇ ਭੱਜ ਜਾਣਗੇ, ਕੋਈ ਤੇਰਾ ਸਾਥ ਨਹੀਂ ਦੇਵੇਗਾ। ਸਾਰਿਆਂ ਦਾ ਪਿਆਰ ਮਿਥਿਆ ਹੋਇਆ ਨਾਸਵੰਤ ਹੈ, ਸਭ ਮਿਥਿਆ ਅਸਨੇਹੀ। ਅਸਨੇਹ ਮੈਨੇ ਪਿਆਰ, ਜਿਹੜੇ ਕਹਿੰਦੇ ਨੇ ਤੇਰੇ ਨਾਲ ਬੜਾ ਪਿਆਰ ਹੈ, ਬੜੀ ਮੋਹ ਮਮਤਾ ਹੈ। ਜਦੋਂ ਸਮਾਂ ਔਖਾ ਆ ਜਾਂਦਾ ਉਹ ਸਮਾਂ ਕੋਈ ਵੀ ਫਿਰ ਸਾਥ ਨਹੀਂ ਲੈਂਦਾ। ਰੇ ਨਰ ਕਾਏ ਪਪੋਰੋ ਦੇਹੀ, ਇਹ ਮਨੁੱਖ ਕਿਉਂ ਇਸ ਦੇਹੀ ਦੇ ਪਿੱਛੇ ਤੂੰ ਲੱਗਾ ਹੋਇਆ, ਇਸ ਦੇਹੀ ਨੂੰ ਹੀ ਪਾਲਣ ਪੋਸ਼ਣ ਵਿੱਚ ਲੱਗਾ ਹੈ, ਨਾਮ ਨਹੀਂ ਜਪਦਾ, ਬੰਦਗੀ ਨਹੀਂ ਕਰਦਾ। ਊੜ ਜਾਏਗੋ ਧੂਮ ਬਾਦਰੋ ਇੱਕ ਭਾਜੋ, ਰਾਮ ਸਨੇਹੀ ਰਹਾਓ। ਇਹ ਦੇਹੀ ਇਸ ਤਰ੍ਹਾਂ ਹੈ ਜਿਵੇਂ ਧੂਆਂ ਵੇਖੋ ਸਾਰੇ ਪਾਸੇ ਛਾ ਦਿੰਦਾ, ਪਰ ਕਿੰਨਾ ਕੁ ਸਮਾਂ ਰਹਿੰਦਾ, ਬਹੁਤਾ ਸਮਾਂ ਨਹੀਂ ਰਹਿੰਦਾ, ਹਵਾ ਦੇ ਵਿੱਚ ਮਿੰਟਾਂ ਵਿੱਚ ਹੀ ਉੱਡ ਜਾਂਦਾ ਹੈ। ਜਿਵੇਂ ਬੱਦਲ ਆਉਂਦੇ ਨੇ, ਬੱਦਲ ਵੀ ਆਉਂਦੇ ਨੇ, ਥੋੜ੍ਹਾ ਜਿਹਾ ਸਮਾਂ ਰਹਿੰਦੇ ਨੇ ਫਿਰ ਲੰਘ ਜਾਂਦੇ ਨੇ। ਦੇਖਣ ਨੂੰ ਲੱਗਦਾ ਵੀ ਇਹ ਬੱਦਲ ਹੁਣ ਬੜਾ, ਇਹ ਨਹੀਂ ਜਾਣਗੇ ਕਿਧਰ, ਪਰ ਉਹ ਥੋੜ੍ਹੇ ਸਮੇਂ ਬਾਅਦ ਹੀ ਨਾਸ ਹੋ ਜਾਂਦੇ ਨੇ, ਚਲੇ ਜਾਂਦੇ ਨੇ। ਇਸੇ ਤਰ੍ਹਾਂ ਇਹ ਕਾਇਆ, ਇਹ ਦੇਹੀ ਜੋ ਦੇਖਣ ਨੂੰ ਬੜਾ ਕੁਝ ਲੱਗ ਰਹੀ ਹੈ, ਆਪਾਂ ਨੂੰ ਇਹ ਸਰੀਰ ਬੜਾ ਕੁਝ ਲੱਗਦਾ ਹੈ, ਪਰ ਇਹਦੇ ਵਿੱਚੋਂ ਸਵਾਸ ਨਿਕਲਦਿਆਂ ਹੀ ਇਹ ਖਤਮ ਹੋ ਜਾਂਦੀ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ, ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸਮੇਹੀ। ਤਿੰਨਾਂ ਗੁਣਾਂ ਦੀ ਸੰਗਿਆ ਕਰਕੇ ਦੇਹੀ ਬਣੀ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਮਹਾਰਾਜ ਕਹਿੰਦੇ ਇਸ ਦੇਹੀ ਦੀ ਤਿੰਨ ਤਰ੍ਹਾਂ ਕਰਕੇ ਅੱਗੇ ਜਿਹੜੀ ਹੈ, ਜਦੋਂ ਅੰਤ ਸਮਾਂ ਆਉਂਦਾ ਹੈ, ਇਸ ਦੇਹੀ ਦੇ ਤਿੰਨ ਤਰ੍ਹਾਂ ਕਰਕੇ ਇਹਨੂੰ ਸਮੇਟਿਆ ਜਾਂਦਾ ਹੈ। ਉਹ ਹੈ ਜਾਂ ਤਾਂ ਜਲ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ, ਜਾਂ ਫਿਰ ਆਪਾਂ ਵੇਖਦੇ ਹਾਂ ਉਹਨੂੰ ਸਾੜ ਦਿੱਤਾ ਜਾਂਦਾ ਹੈ, ਤੇ ਜਾਂ ਫਿਰ ਕੁੱਤੇ ਆਦਿ ਜਿਹੜੇ ਨੇ ਜਾਨਵਰ ਉਹ ਖਾ ਜਾਂਦੇ ਹਨ। ਦੇਹੀ ਦੀ ਐਸੀ ਹਾਲਤ ਹੈ ਕਿ ਇਹ ਜਿਹੜੀ ਦੇਹੀ ਹੈ ਇਸ ਤਰ੍ਹਾਂ ਨਾਮ ਤੋਂ ਬਿਨਾਂ ਵਿਹੂਣੀ ਚਲੀ ਜਾਂਦੀ ਹੈ। ਹੋਏ ਆਮਰੋ ਗ੍ਰਹਿ ਮੈਂ ਬੈਠਾ, ਕਰਨ ਕਾਰਨ ਵਿਸਰੋਹੀ। ਮਹਾਰਾਜ ਕਹਿੰਦੇ ਆਪਣੇ ਘਰ ਵਿੱਚ ਬੈਠਾ ਹੋਇਆ ਆਪਣੇ ਆਪ ਨੂੰ ਅੰਮ੍ਰਿਤ ਸਮਝ ਰਿਹਾ ਹੈ,
ਭਗਤ ਕਬੀਰ ਸਾਹਿਬ ਨੇ ਇੱਕ ਬਚਨ ਆਖਿਆ ਹੈ ਕਿ ਮਨੁੱਖ ਦੇ ਗਵਾਂਢੀ ਕੋਈ ਗਵਾਂਢ ਵਿੱਚ ਕੋਈ ਚੜ੍ਹਾਈ ਕਰ ਜਾਵੇ ਨਾ, ਮੌਤ ਹੋ ਜਾਵੇ, ਮਨੁੱਖ ਫਿਰ ਵੀ ਸਮਝਦਾ ਨਹੀਂ ਹੈ ਵੀ ਮੈਂ ਹੁਣ ਹੀ ਬੰਦਗੀ ਕਰਨ ਲੱਗ ਜਾਵਾਂ। ਭਗਤ ਕਬੀਰ ਕਹਿੰਦੇ, कबीर डूबो गेरे बोपरे बो लोगन की कान पारोसी के जो हुआ तू अपने भी जान। कहते जो तेरे गवांढी नाल होया है ये तेरे नाल भी होने वाला है, इस करके तू हुण भी रब दा नाम नहीं जप रहा, बंदगी नहीं कर रहा, अजे भी समझ जा। पारोसी के जो हुआ तू अपने भी जान, वो तेरे नाल भी होने वाला है। तो पातशाह फरमान कर रहे ने, ये अपने ग्रह विच बैठा अपने आप नूं आमरो अमर समझी बैठा भी मैं नहीं मरना। करण कारण बिसरोई जिस वाहिगुरू ने सारा संसार रचिया, करण कारण वाला वाहिगुरू ओनू भुलाई बैठा है। अणग भांत कर मणीए साजे काचै धाग परोही। वाहिगुरू ने वेखो अणग भांत करके साडी देही नूं साजिया, सारे कीमती अंग शरीर दे जिहड़े हन वो कीमती मणीआं दी तरह हन, पर ये सारे मणके शरीर के कीमती अंग हथ पैर शरीर के अंदर का सिस्टम ये साडे श्वासां दे धागे विच परोए ने। जिवें धागा टुट जावे सारे मणके खिंड जाते हैं। एक माला परोई होवे बड़े सोहणे मणके पा के, बस एक धागे दे आसरे वो माला दे मणके सारे खड़े, सोहणी लग रही माला, धागे दे टुटदियां ही सारे मणके खिसक जाते हैं, खिलर जाते ने। इस तरह अनग भांत कर मणीए साजे काचै धाग परोई। कच्चा धाग हन, कच्चा धागा है श्वासां दा, कोई पता नहीं किवें टुट जाना, छिन मात्र दे विच टूट जाएगो सूत बापरे फिर पाछै पछतोही। जदों ये धागा टुट गया, सूत्र टुट गया बपरे, फिर पछतावेगा, क्योंकि उदों तेरे कोल नाम जपण वास्ते ये शरीर नहीं होवेगा, ये जीवा नहीं होवेगी। अनग भांत वाहिगुरू जिन तुम सिरजे सिरज सवारे ते ध्यावो दिन रह नहीं। जिस वाहिगुरू ने तेनू सिरजिया भाव बनाया है, शरीर शरीर बनाया नहीं, सिरज के उन्होंने सवारिया भी बड़ा सोहना बनाया है। जिन तुम सिरजे सिरज सवारे तिस ध्यावो दिन रह नहीं। उस वाहिगुरू नू दिन रात याद करिया कर। जे प्रसाद तेरा सुंदर रूप सो प्रभ सिमरो सदा अनूप। ऐसा तेनू वाहिगुरू ने बनाया कि तू सोहना लगदा है। जेकर तेनू करूब बना दिता जाता, शक्ल ना देखण योग हुंदी ते कैसा तेनू भयानक सारी उम्र दुख तू झल्ली जाना सी, मेरी शक्ल किस तरह की है। महाराज कहते वेखो वाहिगुरू ने कितना सोहना बना के भेजिया, उन्होंने दिन रात जपिया करो। जन नानक प्रभ किरपा धारी मैं सतगुर ओट गए। वाहिगुरू ने किरपा की, मैनू ये मत समझ बख्शी कि मैं सतगुरू की ओट लै ली, सतगुरू के चरण पकड़े ने। वाहिगुरू ने बख्शिश की है जो सानू समर्थ गुरु धन श्री गुरु ग्रंथ साहिब जी के चरणों नाल जुड़न का सुभाग बख्शिया है। वाहिगुरू की बड़ी वड्डी किरपा है। सो गुरमुखो इस किरपा नू संभालीए, गुरु वाले बणीए, बाणी पढ़िया करिए, नाम जपिया करिए, तां जो ये साडा जीवन सफल हो जाए। सतगुरु की अगाध बोध बाणी दीयां विचारां करदियां होईयां भुल्लां दी खिमा जी। वाहिगुरू जी का खालसा, वाहिगुरू जी की फतेह।